ਤੇ ਸਤਿਗੁਰੂ ਜੀ ਅਗਲੇ ਸ਼ਲੋਕ ਦੇ ਵਿੱਚ ਕਿਰਪਾ ਕਰ ਰਹੇ ਨੇ। ਮਹਿਲਾ ਪੰਜਵਾਂ। ਵਾਊ ਸੰਦੇ ਕੱਪੜੇ ਪਹਿਰੇ ਗਰਭ ਗਵਾਰ। ਹੁਣ ਜ਼ਿੰਦਗੀ ਦਾ ਮਕਸਦ ਤਾਂ ਭੁੱਲਿਆ ਹੋਇਆ ਹੈ, ਹੋਰ ਕੰਮਾਂ ਵਿੱਚ ਬੰਦਾ ਲੱਗਿਆ ਹੋਇਆ। ਬਹੁਤੇ ਬੰਦੇ ਉਹਨਾਂ ਦਾ ਸਾਰਾ ਜ਼ੋਰ ਖਾਣ ਤੇ ਲੱਗਾ ਹੈ, ਕਿਸੇ ਦਾ ਪੀਣ ਤੇ ਲੱਗਾ ਹੈ, ਕੋਈ ਪਹਿਰਨ ਤੇ ਸਾਰਾ ਜ਼ੋਰ ਲਾ ਰਿਹਾ ਹੈ, ਪਹਿਰਾਵੇ ਤੇ। ਖਾਣਾ ਪੀਣਾ, ਹੱਸਣਾ ਸੌਣਾ, ਇਹਨਾਂ ਕੰਮਾਂ ਨੂੰ ਜ਼ਿੰਦਗੀ ਦਾ ਅਸਲੀ ਮਕਸਦ ਸਮਝ ਲਿਆ। ਤੇ ਸਤਿਗੁਰੂ ਜੀ ਕਹਿੰਦੇ ਨੇ ਕਈ ਮਨੁੱਖ ਫਿਰ ਕੀ ਕਰਦੇ ਨੇ, ਉਹ ਦੁਨੀਆ ਦੇ ਵਿੱਚ ਵਿਖਾਵਾ ਬਹੁਤ ਜ਼ਿਆਦਾ ਕਰਦੇ ਨੇ। ਤੇ ਇਹ ਗੱਲ ਪੱਕੀ ਨੋਟ ਕਰ ਲਿਓ, ਗੁਰਮਤ ਦੇ ਵਿੱਚ ਵਿਖਾਵੇ ਨੂੰ ਕੋਈ ਥਾਂ ਨਹੀਂ ਹੈ। ਕੇਵਲ ਵਿਖਾਵਾ ਕਰਨਾ। ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਪਹਿਰਾਵਾ ਤਨ ਨੂੰ ਢੱਕਣ ਵਾਸਤੇ ਬੜਾ ਜ਼ਰੂਰੀ ਹੈ, ਤੇ ਜਿਸ ਤਰ੍ਹਾਂ ਦੀ ਲੋੜ ਹੈ ਉਸ ਪ੍ਰਕਾਰ ਦਾ ਪਹਿਰਾਵਾ ਸਾਨੂੰ ਪਾਉਣਾ ਚਾਹੀਦਾ ਹੈ। ਪਰ ਅਸੀਂ ਸਾਧ ਸੰਗਤ ਕਈ ਵੇਰਾਂ ਲੋੜ ਦੇ ਮੁਤਾਬਕ ਨਹੀਂ ਪਹਿਨਦੇ, ਸਮੇਂ ਦੇ ਮੌਸਮ ਦੇ ਮੁਤਾਬਕ ਨਹੀਂ ਪਹਿਨਦੇ। ਅਸੀਂ ਵਿਖਾਵਾ ਬਹੁਤਾ ਕਰਦੇ ਹਾਂ, ਪਹਿਨਣ ਦੇ ਵਿੱਚ ਵਿਖਾਵਾ ਬਹੁਤਾ ਆ ਗਿਆ। ਪਰ ਗੁਰਬਾਣੀ ਨੇ ਬਿਲਕੁਲ ਸਪਸ਼ਟ ਕਹਿ ਦਿੱਤਾ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਇੱਥੇ ਹਜ਼ੂਰ ਨੇ ਸ਼ਬਦ ਵਰਤਿਆ ਹੈ ਵਾਊ ਸੰਦੇ। ਹੁਣ ਵਾਊ ਸੰਦੇ ਦਾ ਭਾਵ ਹੈ ਬਹੁਤ ਬਰੀਕ ਕੱਪੜਾ ਜਿਹੜਾ ਹਵਾ ਨਾਲ ਉੱਡ ਜਾਵੇ, ਜਿਸ ਨੂੰ ਤਨ ਤੇ ਪਹਿਨਿਆ ਉਹ ਸਾਡਾ ਤਨ ਨਾ ਢੱਕ ਸਕੇ। ਇਹੋ ਜਿਹੇ ਬਰੀਕ ਕੱਪੜੇ ਪਹਿਨ ਕੇ ਲੋਕ ਵਿਖਾਵਾ ਬਹੁਤਾ ਕਰਦੇ ਨੇ। ਕੱਪੜੇ ਪਹਿਨ ਕੇ ਵੀ ਉਹਨਾਂ ਦੀ ਨਗਨਤਾ ਜਿਹੜੀ ਹੈ ਢੱਕੀ ਨਹੀਂ ਜਾਂਦੀ। ਤੇ ਜੇ ਪੁੱਛੋ ਵੀ ਐਸਾ ਤੁਸੀਂ ਕਿਉਂ ਕੀਤਾ, ਉਹ ਕਹਿੰਦੇ ਜੀ ਫੈਸ਼ਨ ਅੱਜ ਕੱਲ੍ਹ ਇਸ ਤਰ੍ਹਾਂ ਦਾ ਹੀ ਹੈ, ਫੈਸ਼ਨ ਹੈ। ਤੇ ਤੁਸੀਂ ਦੁਕਾਨਾਂ ਤੇ ਇੱਕ ਚੀਜ਼ ਪੜ੍ਹੀ ਹੋਵੇਗੀ, ਉੱਥੇ ਲਿਖਿਆ ਹੁੰਦਾ ਵੀ ਫੈਸ਼ਨ ਦੇ ਦੌਰ ਵਿੱਚ ਗਰੰਟੀ ਦੀ ਆਸ ਨਾ ਰੱਖੋ। ਫੈਸ਼ਨ ਦੇ ਦੌਰ ਵਿੱਚ ਗਰੰਟੀ ਦੀ ਆਸ ਨਾ ਰੱਖੋ। ਅੱਜ ਕੱਪੜਾ ਜਿਹੜਾ ਹੈ ਤਨ ਨੂੰ ਢੱਕਣ ਵਾਸਤੇ ਪਹਿਨਣਾ ਸੀ, ਪਰ ਕਈ ਵਾਰ ਆਪਾਂ ਵੇਖਦੇ ਹਾਂ ਇਹੋ ਜਿਹਾ ਕੱਪੜਾ ਜਿਸ ਨੂੰ ਪਹਿਨਣ ਤੋਂ ਬਾਅਦ ਵੀ ਸਾਡਾ ਜਿਹੜਾ ਤਨ ਹੈ ਉਹ ਢੱਕਿਆ ਨਹੀਂ ਜਾ ਰਿਹਾ, ਨੰਗੇਜ਼ ਪ੍ਰਦਰਸ਼ਨ ਹੋ ਰਿਹਾ ਹੈ, ਵਿਖਾਵਾ ਕੀਤਾ ਜਾ ਰਿਹਾ ਹੈ। ਵਿਖਾਵਾ ਜਿਹਨੂੰ ਵੇਖ ਕੇ ਹੋਰ ਲੋਕਾਂ ਨੂੰ ਵੀ ਚੰਗਾ ਨਾ ਲੱਗੇ, ਮਨ ਵਿੱਚ ਆਪਣੇ ਵੀ ਵਿਕਾਰ ਪੈਦਾ ਹੋਣ। ਸਾਹਿਬ ਕਹਿੰਦੇ ਇਹੋ ਜਿਹਾ ਪਹਿਰਾਵਾ ਕਾਹਦੇ ਲਈ ਪਹਿਨਣਾ, ਕਾਹਦੇ ਲਈ? ਤੇ ਤੁਸੀਂ ਵੇਖੋਗੇ ਹਰ 2-4 ਮਹੀਨਿਆਂ ਬਾਅਦ ਜਿਹੜਾ ਫੈਸ਼ਨ ਹੈ, ਟ੍ਰੈਂਡ ਹੈ, ਚੇਂਜ ਹੁੰਦਾ ਰਹਿੰਦਾ ਹੈ। ਕਿਤੇ ਤੇ ਲੋਕ ਕੱਪੜੇ ਬਾਹਲੇ ਉੱਚੇ ਪਹਿਨਣ ਲੱਗ ਪਏ, ਤੇ ਖਾਸ ਕਰਕੇ ਬੀਬੀਆਂ ਜਿਹੜੀਆਂ ਨੇ ਉਹ ਜ਼ਿਆਦਾ ਧਿਆਨ ਦਿੰਦੀਆਂ ਨੇ ਵੀ ਹੁਣ ਕਿਹੋ ਜਿਹਾ ਚੱਲ ਰਿਹਾ ਮਾਹੌਲ। ਜੇ ਤੇ ਕੱਪੜੇ ਉੱਚੇ ਪਾਉਣ ਲੱਗ ਪਏ ਤੇ ਬਾਹਲੇ ਉੱਚੇ ਚੱਕਦੇ ਨੇ, ਜੇ ਨੀਵੇਂ ਕਰ ਦਿੱਤੇ ਤੇ ਫਿਰ ਪੈਰਾਂ 'ਚ ਹੀ ਤੁਰੇ ਫਿਰਦੇ ਆ, ਪੈਰਾਂ ਵਿੱਚ ਹੀ। ਪਰ ਜੇ ਤੁਸੀਂ ਬਿਲਕੁਲ ਸਮਤੋਲ ਬਣਾ ਕੇ ਚੱਲੋ ਤੇ ਤੁਹਾਨੂੰ ਨਾ ਫਿਰ ਉੱਚੇ ਕਰਨੇ ਪੈਣੇ ਨਾ ਨੀਵੇਂ ਕਰਨੇ ਪੈਣੇ। ਪਾਟੇ ਹੋਏ ਕੱਪੜੇ ਪਾਉਣ ਦਾ ਬੜਾ ਫੈਸ਼ਨ ਚੱਲ ਪਿਆ। ਅੱਗੇ ਜੇ ਕਿਤੇ ਕੋਈ ਕੱਪੜਾ ਫਟ ਜਾਣਾ ਤੇ ਆਖਣਾ ਵੀ ਇਹ ਪਾਉਣ ਯੋਗ ਨਹੀਂ ਰਹਿ ਗਿਆ, ਕਿਸੇ ਨੂੰ ਦੇ ਦਿੱਤਾ ਜਾਵੇ ਜਾਂ ਕਿਤੇ ਹੋਰ ਸੁੱਟ ਦਿੱਤਾ ਜਾਵੇ, ਪਾਟਾ ਹੋਇਆ। ਤੇ ਹੁਣ ਜਾ ਕੇ ਆਪ ਪੁੱਛਦੇ ਨੇ ਵੀ ਉਹ ਪੈਂਟ ਦੇ ਦਿਓ ਜੀਨ ਦੀ ਜਿਹੜੀ ਪਾਟੀ ਹੋਵੇ, ਗੋਡਿਆਂ ਤੋਂ ਵੀ ਥਾਂ ਥਾਂ ਤੋਂ ਪਾਟੀ ਹੋਵੇ। ਸਾਡੀ ਮਾਨਸਿਕਤਾ ਕਿਸ ਤਰ੍ਹਾਂ ਦੀ ਬਣ ਗਈ ਹੈ? ਅਸੀਂ ਕੀ ਦੁਨੀਆ ਨੂੰ ਵਿਖਾਉਣਾ ਚਾਹੁੰਦੇ ਹਾਂ, ਕੀ ਵਿਖਾਉਣਾ ਚਾਹੁੰਦੇ? ਤੇ ਸਾਧ ਸੰਗਤ, ਕਿਸੇ ਵੀ ਮਨੁੱਖ ਨੂੰ ਆਪਾਂ ਜਾਣਨਾ ਹੋਵੇ, ਪਹਿਚਾਨਣਾ ਹੋਵੇ ਤਾਂ 3 ਚੀਜ਼ਾਂ ਜਿਹੜੀਆਂ ਨੇ ਉਹਨਾਂ ਤੋਂ ਅਸੀਂ ਕਿਸੇ ਬੰਦੇ ਨੂੰ ਪਹਿਚਾਣ ਸਕਦੇ ਹਾਂ, ਜਾਣ ਸਕਦੇ ਹਾਂ। ਉਹ ਪਹਿਲੀ ਚੀਜ਼ ਜਿਹੜੀ ਹੈ ਉਹ ਹੈ ਪਹਿਰਾਵਾ। ਪਹਿਰਾਵਾ
ਜਿਸ ਨੂੰ ਦਸਤਾਰ ਦਾ ਨਾਮ ਦਿੱਤਾ ਗਿਆ। ਤੇ ਦੂਜੀ ਚੀਜ਼ ਹੈ ਗੁਫ਼ਤਾਰ, ਗੱਲਬਾਤ। ਤੀਜੀ ਚੀਜ਼ ਹੈ ਰਫ਼ਤਾਰ, ਬੰਦੇ ਦਾ ਤੌਰ ਤਰੀਕਾ, ਵਿਚਰਨ ਦਾ ਢੰਗ। ਇਹਨਾਂ ਤਿੰਨਾਂ ਚੀਜ਼ਾਂ ਤੋਂ ਅਸੀਂ ਕਿਸੇ ਵੀ ਬੰਦੇ ਦੀ ਪਛਾਣ ਕਰ ਸਕਦੇ ਹਾਂ। ਪਹਿਲੀ ਪਛਾਣ ਸਾਡੀ ਪਹਿਰਾਵੇ ਤੋਂ ਹੋਣੀ ਹੈ, ਪਹਿਰਾਵੇ ਤੋਂ। ਤੇ ਅੱਜ ਕੱਲ੍ਹ ਦਾ ਪਹਿਰਾਵਾ ਇਸ ਤਰ੍ਹਾਂ ਦਾ ਹੈ, ਪਤਾ ਨਹੀਂ ਲੱਗ ਰਿਹਾ ਵੀ ਇਹ ਕੁੜੀ ਹੈ ਜਾਂ ਮੁੰਡਾ ਹੈ। ਮੁੰਡਿਆਂ ਨੇ ਵੀ ਪਿੱਛੇ ਗੁੱਤਾਂ ਕੀਤੀਆਂ ਹੋਈਆਂ ਨੇ, ਸਿਰਾਂ ਤੇ ਇਸ ਤਰ੍ਹਾਂ ਦੀਆਂ ਟੋਪੀਆਂ ਜਿਹੀਆਂ ਲਈਆਂ ਹੋਈਆਂ, ਕੋਈ ਪਤਾ ਨਹੀਂ ਲੱਗ ਰਿਹਾ। ਤੇ ਕਈ ਕੁੜੀਆਂ ਨੇ ਆਪਣਾ ਪਹਿਰਾਵਾ ਜਿਹੜਾ ਸੀ, ਸਲੀਕੇ ਵਾਲਾ ਪਹਿਰਾਵਾ, ਜਿਹੜਾ ਸਾਡੇ ਸੱਭਿਆਚਾਰ ਦੇ ਵਿੱਚ, ਸਾਡੇ ਪਰਿਵਾਰਾਂ ਵਿੱਚ ਜਿਸ ਨੂੰ ਠੀਕ ਸਮਝਿਆ ਜਾਂਦਾ ਸੀ, ਉਹ ਛੱਡ ਕੇ ਉਹਨਾਂ ਨੇ ਦੂਜੇ ਹੋਰ ਤਰ੍ਹਾਂ ਦੇ ਪਹਿਰਾਵੇ ਪਾਉਣੇ ਸ਼ੁਰੂ ਕਰ ਦਿੱਤੇ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਵਾਊ ਸੰਦੇ ਕੱਪੜੇ ਦੀ ਗੱਲ ਕੀਤੀ ਹੈ। ਇਹੋ ਜਿਹਾ ਪਹਿਰਾਵਾ ਜਿਹੜਾ ਬੜਾ ਬਰੀਕ ਹੋਵੇ, ਤਨ ਦਾ ਨਗੇਜ਼ ਜਿਹੜਾ ਹੈ ਉਹ ਦੁਨੀਆ ਦੇ ਸਾਹਮਣੇ ਪ੍ਰਦਰਸ਼ਿਤ ਹੋਵੇ, ਵਿਖਾਵਾ ਹੋਵੇ। ਤੇ ਸਾਹਿਬ ਕਹਿੰਦੇ ਉਹਨਾਂ ਨੂੰ ਕੀ ਆਖਿਆ? ਗਰਭ ਗਵਾਰ। ਗਰਭ ਕਹਿੰਦੇ ਨੇ ਹੰਕਾਰ, ਗਵਾਰ ਕਹਿੰਦੇ ਮੂਰਖ। ਕਹਿੰਦੇ ਮੂਰਖ ਤੇ ਹੰਕਾਰੀ ਬੰਦੇ ਬਹੁਤ ਬਰੀਕ ਹਵਾ ਨਾਲ ਉੱਡਣ ਵਾਲਾ ਜਿਹੜਾ ਕੱਪੜਾ ਹੈ ਉਹ ਪਹਿਨ ਕੇ ਵਿਖਾਵਾ ਕਰਦੇ ਨੇ। ਤੇ ਸਾਹਿਬ ਜੀ ਕਹਿੰਦੇ ਨਾਨਕ ਨਾਲ ਨਾ ਚੱਲਣੀ, ਜਲ ਬਲ ਹੋਏ ਸ਼ਾਰ। ਕਹਿੰਦੇ ਇਹ ਵਿਖਾਵੇ ਕਿਸੇ ਕੰਮ ਨਹੀਂ, ਇਹ ਤੁਹਾਡੇ ਫੈਸ਼ਨ ਕਿਸੇ ਕੰਮ ਨਹੀਂ, ਇਹ ਨਾਲ ਨਹੀਂ ਜਾਣੇ। ਇਹ ਸਾਰਾ ਕੁਝ ਇੱਥੇ ਧਰਿਆ ਧਰਿਆ ਰਹਿ ਜਾਣਾ ਏ। ਇਵੇਂ ਇਹਨਾਂ ਵਹਿਮਾਂ ਦੇ ਵਿੱਚ, ਭਰਮਾਂ ਦੇ ਵਿੱਚ, ਚੱਕਰਾਂ ਵਿੱਚ ਪੈ ਕੇ ਕਿਤੇ ਆਪਣਾ ਬਹੁਤਾ ਸਮਾਂ ਅਜਾਈ ਨਾ ਗਵਾ ਦਈਏ। ਅਜਾਈ ਦੁਨੀਆ ਨੂੰ ਭੱਜ ਨੱਠ ਲੱਗੀ ਹੋਈ ਹੈ। ਬਹੁਤ ਵੱਡੇ ਸ਼ਹਿਰ ਵਿੱਚ ਰਹਿਣ ਵਾਲਾ ਬੰਦਾ ਉਹ ਕਹਿੰਦਾ ਮੈਂ ਨਾ ਸ਼ਾਪਿੰਗ ਕਰਨ ਫਲਾਣੇ ਥਾਂ ਜਾਣਾ ਹੈ। ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਉਹ ਕਹਿਣਗੇ ਜੀ ਅਸੀਂ ਸ਼ਾਪਿੰਗ ਕਰਨ ਦੇ ਲਈ ਚੰਡੀਗੜ੍ਹ ਜਾ ਰਹੇ ਹਾਂ। ਚੰਡੀਗੜ੍ਹ ਫਲਾਣੀ ਮਾਰਕੀਟ ਵਿੱਚ ਬੜਾ ਵਧੀਆ ਫੈਸ਼ਨਦਾਰ ਕੱਪੜਾ ਮਿਲਦਾ। ਤੇ ਮੈਂ ਇਸ ਦਿਨ ਟ੍ਰੇਨ ਵਿੱਚ ਜਾ ਰਿਹਾ ਸੀ, ਉਹ ਚੰਡੀਗੜ੍ਹ ਦੀਆਂ ਕੁਝ ਬੀਬੀਆਂ ਬੱਚਿਆਂ ਨੂੰ ਨਾਲ ਲੈ ਕੇ ਦਿੱਲੀ ਆਈਆਂ ਹੋਈਆਂ ਸ਼ਾਪਿੰਗ ਕਰਨ। ਚੰਡੀਗੜ੍ਹ ਵਾਲੇ ਗਾਂਹ ਭੱਜੇ ਨੇ ਤੇ ਦਿੱਲੀ ਵਾਲਿਆਂ ਨੇ ਦਿੱਲੀ ਨਹੀਂ ਰੁਕਣਾ, ਉਹਨਾਂ ਕਹਿਣਾ ਸੀ ਹੋਰ ਕਿਸੇ ਸ਼ਹਿਰ ਜਾ ਕੇ ਉੱਥੋਂ ਕੱਪੜਾ ਖਰੀਦ ਕੇ ਲਿਆਈਏ। ਬਹੁਤਾ ਸਮਾਂ, ਬਹੁਤਾ ਪੈਸਾ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਲਗਾ ਦਿੱਤਾ। ਤੇ ਸਾਧ ਸੰਗਤ, ਕੁਝ ਪਹਿਰਾਵੇ ਵਿਦੇਸ਼ੀ ਹਨ ਜਿਹੜੇ ਲੋਕਾਂ ਨੇ ਮੌਸਮ ਦੇ ਅਨੁਕੂਲ, ਕੰਮ ਕਾਜ ਬਹੁਤ ਭਾਰਾ ਹੋਣ ਕਰਕੇ ਉਸ ਤਰ੍ਹਾਂ ਦਾ ਪਹਿਰਾਵਾ ਬਣਾਇਆ ਹੋਇਆ ਸੀ ਵੀ ਉਹ ਕੱਪੜੇ ਬੜੇ ਮੋਟੇ ਨੇ, ਕਈ ਦਿਨ ਧੋਣੇ ਨਹੀਂ ਪੈਂਦੇ, ਕੰਮ ਕਾਰ ਕਰਦਿਆਂ ਉਹ ਬੜੇ ਠੀਕ ਰਹਿੰਦੇ ਨੇ। ਅਸੀਂ ਉਹਨਾਂ ਵਿਦੇਸ਼ੀ ਲੋਕਾਂ ਦਾ ਪਹਿਰਾਵਾ ਵੀ ਆਪਣੇ ਇੱਥੇ ਲਿਆ ਕੇ ਅਡਾਪਟ ਕਰ ਲਿਆ, ਉਸ ਤਰ੍ਹਾਂ ਦਾ ਪਹਿਰਾਵਾ ਪਾਉਣਾ ਸ਼ੁਰੂ ਕਰ ਦਿੱਤਾ। ਪਰ ਅਸੀਂ ਆਪਣੇ ਅਸਲੀ ਵਿਰਸੇ ਨੂੰ, ਸੱਭਿਆਚਾਰ ਨੂੰ ਭੁੱਲ ਗਏ। ਅੱਜ ਜਿਹੜਾ ਦਸਤਾਰ ਹੈ ਤੇ ਚੁੰਨੀ ਹੈ, ਅਸੀਂ ਇਹਦੀ ਅਹਿਮੀਅਤ ਨੂੰ ਵਿਸਾਰ ਦਿੱਤਾ। ਦਸਤਾਰ ਜਿਹੜੀ ਹੈ ਇਹ ਸਤਿਗੁਰੂ ਨੇ ਇੱਕ ਸਰਦਾਰੀ ਦਾ ਤਾਜ ਸਾਨੂੰ ਬਖਸ਼ਿਸ਼ ਕੀਤਾ ਹੋਇਆ, ਤਾਜ। ਪਰ ਅੱਜ ਦਸਤਾਰਾਂ ਵੀ ਸਾਡੇ ਸਿਰਾਂ ਤੋਂ ਹੌਲੀ ਹੌਲੀ ਅਲੋਪ ਹੁੰਦੀਆਂ ਜਾ ਰਹੀਆਂ। ਨੌਜਵਾਨਾਂ ਨੂੰ ਦਸਤਾਰਾਂ ਬੰਨਣੀਆਂ ਨਹੀਂ ਆਉਂਦੀਆਂ। ਤੇ ਫਿਰ ਜਿਸ ਦਿਨ ਵਿਆਹ ਹੁੰਦਾ ਕਿਸੇ ਬੱਚੇ ਦਾ, ਉਹ ਕਹਿੰਦਾ ਮੈਂ ਪਹਿਲਾਂ ਜਾ ਕੇ ਕਿਸੇ ਦੁਕਾਨ ਤੋਂ ਪੱਗ ਬਣਾ ਕੇ ਆਵਾਂ, ਜਾਂ ਬੱਝੀ ਬਜਾਈ ਪੱਗ ਮੈਂ ਸਿਰ ਤੇ ਰੱਖ ਲਵਾਂ ਤਾਂ ਕਿ ਮੇਰਾ ਇੱਕ ਕਾਰਜ ਜਿਹੜਾ ਹੋ ਸਕੇ। ਇਹ ਹਾਲਾਤ ਤੇ ਸਾਡੇ ਬਣੇ ਹੋਏ ਨੇ। ਅੱਜ ਚੁੰਨੀਆਂ ਜਿਹੜੀਆਂ ਨੇ, ਆਉਣ ਵਾਲੀ ਨੌਜਵਾਨ ਜਿਹੜੀ ਪੀੜ੍ਹੀ, ਬੱਚੀਆਂ ਨੇ, ਮੇਰਾ ਖਿਆਲ ਹੈ 1-2% ਹੀ ਬੱਚੀਆਂ ਹੋਣਗੀਆਂ ਜਿਹੜੀਆਂ ਘਰਾਂ ਤੋਂ ਚੁੰਨੀਆਂ ਲੈ ਕੇ ਗੁਰਦੁਆਰਾ ਸਾਹਿਬ ਆਉਂਦੀਆਂ ਹੋਣ। ਨਹੀਂ ਤੇ ਬਹੁਤੇ ਅਸੀਂ ਟੋਕਰੀਆਂ ਦੇ ਵਿੱਚੋਂ ਰੁਮਾਲ ਹੀ ਲੱਭਦੇ ਫਿਰਦੇ ਇੱਥੋਂ ਵੀ ਮਿਲ ਜਾਏ ਕਿਤੇ, ਸਿਰ ਤੇ ਬੰਨ੍ਹ ਲਈਏ। ਤੇ ਜਿਉਂ ਹੀ ਅਸੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਹੁੰਦੇ ਹਾਂ, ਫਟਾਫਟ ਉਹ ਫਿਰ ਲਾਹ ਕੇ ਤੇ ਟੋਕਰੀ ਵਿੱਚ ਰੱਖਦੇ ਨੇ। ਨੰਗੇ ਸਿਰ ਅਸੀਂ ਬਾਜ਼ਾਰਾਂ ਦੇ ਵਿੱਚ ਘੁੰਮਦੇ ਹਾਂ। ਸੋ ਕਿਸੇ ਬੱਚੀ ਦਾ ਸਿਰ ਨੰਗਾ ਹੋਣਾ ਇਹ ਬਹੁਤ ਵੱਡਾ ਅਪਸ਼ਗਨ ਸੀ, ਚੰਗਾ ਨਹੀਂ ਸੀ ਸਮਝਿਆ ਜਾਂਦਾ ਇਸ ਨੂੰ।
ਜਦੋਂ ਕਿਸੇ ਵਿਆਹੀ ਹੋਈ ਬੱਚੀ ਦਾ ਪਤੀ ਚਲਾਣਾ ਕਰ ਜਾਂਦਾ, ਉਹਨੂੰ ਕਹਿੰਦੇ ਬੱਚੀ ਦਾ ਸਿਰ ਨੰਗਾ ਹੋ ਗਿਆ, ਇਹਦੇ ਸਿਰ ਤੇ ਸਾਈ ਨਹੀਂ ਰਿਹਾ। ਤੇ ਜਦੋਂ ਸਨਾਤਨ ਮਤ ਦੇ ਵਿੱਚ ਜੇ ਕਿਸੇ ਵਿਆਹੀ ਔਰਤ ਦਾ ਪਤੀ ਚਲਾਣਾ ਕਰ ਜਾਂਦਾ, ਉਹਨੂੰ ਨਾਲ ਸਤੀ ਹੋਣਾ ਪੈਂਦਾ ਸੀ। ਜੇ ਉਹ ਸਤੀ ਨਹੀਂ ਸੀ ਹੁੰਦੀ ਤਾਂ ਉਹਨੂੰ ਕਿਹਾ ਜਾਂਦਾ ਸੀ ਤੂੰ ਚਿੱਟੀ ਸਾੜੀ ਲਾ ਕੇ ਰੱਖੇਂਗੀ, ਚਿੱਟੇ ਬਸਤਰ ਪਾ ਕੇ ਰੱਖੇਂਗੀ, ਤੇ ਸਿਰ ਦੇ ਵਾਲ ਉਹਦੇ ਕੱਟ ਦਿੱਤੇ ਜਾਂਦੇ ਸਨ ਵੀ ਦੁਨੀਆ ਨੂੰ ਪਤਾ ਲੱਗੇ ਇਹ ਵਿਧਵਾ ਹੈ, ਇਹਦੇ ਸਿਰ ਤੇ ਇਹਦਾ ਸਾਈਂ ਨਹੀਂ ਹੈ। ਪਰ ਅੱਜ ਤੁਸੀਂ ਵੇਖੋਗੇ ਵਾਲ ਕਟਾਉਣੇ ਤੇ ਫੈਸ਼ਨ ਹੀ ਬਣ ਗਿਆ। ਅੱਜ ਜੇ ਵਾਲ ਕੁਦਰਤੀ ਚਿੱਟੇ ਹੋ ਜਾਣ ਤੇ ਸਾਨੂੰ ਚੰਗੇ ਨਹੀਂ ਲੱਗਦੇ, ਭੂਰੇ ਹੋ ਜਾਣ, ਚਿੱਟੇ ਹੋ ਜਾਣ, ਤੇ ਅੱਜ ਫੈਸ਼ਨ ਬਣ ਗਿਆ ਵਾਲਾਂ ਨੂੰ ਰੰਗ ਲਾਉਣਾ। ਮੈਂ ਕਹਿੰਦਾ 1-2% ਹੀ ਬੀਬੀਆਂ ਗੁਰੂ ਦੀ ਕਿਰਪਾ ਸਦਕਾ ਬਚੀਆਂ ਹੋਣਗੀਆਂ ਜਿਨ੍ਹਾਂ ਨੇ ਵਾਲਾਂ ਦੀ, ਰੋਮਾਂ ਦੀ ਬੇਅਦਬੀ ਨਾ ਕੀਤੀ ਹੋਵੇ। ਨਹੀਂ ਤੇ ਵਾਲਾਂ ਨੂੰ ਰੰਗਣਾ, ਛੋਟੀਆਂ ਛੋਟੀਆਂ ਬੱਚੀਆਂ ਵਾਲ ਭੂਰੇ ਕਰਕੇ ਉਹ ਸਮਝਦੀਆਂ ਵੀ ਅਸੀਂ ਬਹੁਤ ਵਧੀਆ ਫੈਸ਼ਨ ਕਰ ਰਹੀਆਂ। ਇਹ ਭੂਰੇ ਵਾਲ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਕੋਲ 6-6 ਮਹੀਨੇ ਧੁੱਪ ਹੀ ਨਹੀਂ ਨਿਕਲਦੀ, ਬਰਫ਼ ਪਈ ਰਹਿੰਦੀ ਹੈ। ਕੁਦਰਤੀ ਉਹਨਾਂ ਦਾ ਰੰਗ ਗੋਰਾ ਹੋ ਗਿਆ, ਵਾਲਾਂ ਦੇ ਵਿੱਚ ਜਿਹੜਾ ਕਾਲਾਪਣ ਸੀ ਖਤਮ ਹੋ ਗਿਆ, ਕਿਉਂਕਿ ਮੌਸਮ ਹੀ ਉਹੋ ਜਿਹਾ। ਅਸੀਂ ਬਹੁਤ ਮਹਿੰਗਾ ਖਰਚਾ ਕਰਕੇ ਆਪਣੇ ਵਾਲਾਂ ਨੂੰ ਉਹੋ ਜਿਹਾ ਰੰਗ ਲਾ ਲਾ ਕੇ ਉਹਨਾਂ ਵਰਗੇ ਗੋਰਿਆਂ ਵਰਗੇ ਬਣਨ ਦੀ ਕੋਸ਼ਿਸ਼ ਕੀਤੀ, ਤੇ ਫਿਰ ਬਿਮਾਰੀਆਂ ਸਾਨੂੰ ਘੇਰਨਗੀਆਂ, ਪੈਸੇ ਦੀ ਵੇਸਟੇਜ ਹੋਏਗੀ। ਹਜ਼ਾਰਾਂ ਰੁਪਇਆ ਲੱਗ ਜਾਂਦਾ, ਹਜ਼ਾਰਾਂ ਰੁਪਇਆ, ਤੇ ਕਹਿਣਗੇ ਜੀ ਵਿਆਹ ਹੈ, ਕੋਈ ਫੰਕਸ਼ਨ ਹੈ, ਉੱਥੇ ਅਸੀਂ ਆਹ ਕੰਮ ਤੇ ਕਰਾਉਣਾ ਹੈ। ਜੇ ਵਾਲ ਕੁੰਗਰਾਲੇ ਨੇ ਕਹਿੰਦੇ ਬਿਲਕੁਲ ਸਿੱਧੇ ਹੋਣੇ ਚਾਹੀਦੇ ਨੇ, ਜਿਨ੍ਹਾਂ ਦੇ ਸਿੱਧੇ ਉਹ ਕਹਿੰਦੇ ਜੀ ਉਹਨਾਂ ਨੂੰ ਕੁੰਡਲ ਪੈਣੇ ਚਾਹੀਦੇ ਨੇ। ਸੋ ਕਿਸ ਤਰ੍ਹਾਂ ਦੇ ਅਸੀਂ ਫੈਸ਼ਨ ਦੇ ਵਿੱਚ ਪੈ ਗਏ। ਤੇ ਜੇ ਕਿਸੇ ਬੱਚੇ ਨੂੰ ਜਵਾਨੀ ਦੇ ਵਿੱਚ ਦਾੜੀ ਨਾ ਆਵੇ, ਉਹ ਕਹਿੰਦਾ ਮੈਨੂੰ ਦਾੜੀ ਨਹੀਂ ਆ ਰਹੀ, ਤੇ ਮੈਨੂੰ ਕੋਈ ਦਵਾਈ ਦੱਸੋ ਜਿਹਦੇ ਨਾਲ ਮੇਰੀ ਦਾੜੀ ਉੱਗ ਪਵੇ। ਜੇ ਦਾੜੀ ਨਾ ਆਵੇ ਤੇ ਫਿਰ ਦਵਾਈ ਲੱਭਦਾ ਹੈ, ਜੇ ਚਿੱਟੀ ਹੋ ਜਾਏ ਤੇ ਫਿਰ ਡਾਈ ਲੱਭਦਾ ਹੈ, ਤੇ ਜਿਹਨੂੰ ਚੰਗੀ ਨਹੀਂ ਲੱਗਦੀ ਉਹ ਨਾਈ ਲੱਭਦਾ ਹੈ। ਇਹ ਹਾਲਾਤ ਬਣੇ ਹੋਏ ਨੇ। ਦਾੜੀ ਮਰਦ ਦੀ ਪਛਾਣ ਹੈ, ਦਾੜੀ ਮੁੱਛਾਂ, ਕਿਉਂਕਿ ਮਰਦ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ, ਅਕਾਲ ਪੁਰਖ ਨੇ। ਸੋ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਿਆ ਨਹੀਂ ਹੈ, ਸਮਝਿਆ ਨਹੀਂ। ਸਿਰ ਤੇ ਦਸਤਾਰ ਸਜਾਉਣੀ, ਸਿਰ ਤੇ ਚੁੰਨੀ ਲੈਣੀ ਸਾਡਾ ਇੱਕ ਬਹੁਤ ਅਮੀਰ ਵਿਰਸਾ ਹੈ, ਸੱਭਿਆਚਾਰ ਹੈ। ਮੁਖ ਤੇ ਦਾੜਾ ਪ੍ਰਕਾਸ਼ ਹੋਣਾ। ਤੇ ਤੁਸੀਂ ਵੇਖਿਆ ਹੋਵੇਗਾ ਬੱਬਰ ਸ਼ੇਰ ਜਿਹੜਾ ਹੈ ਨਾ, ਉਹਦੀ ਗਰਦਨ ਦੇ ਵਾਲ ਕੱਟ ਦਈਏ, ਕਿਸੇ ਨੇ ਨਹੀਂ ਮੰਨਣਾ ਵੀ ਬੱਬਰ ਸ਼ੇਰ, ਉਹਨੂੰ ਕਹਿਣਗੇ ਇੱਕ ਸ਼ੇਰਨੀ ਹੈ, ਕਿਉਂਕਿ ਉਹਦੀ ਪਛਾਣ ਹੀ ਕੇਵਲ ਉਹਦੇ ਗਰਦਨ ਦੇ ਭਾਰੇ ਵਾਲਾਂ ਕਰਕੇ ਹੈ। ਨਰ ਤੇ ਮਾਦਾ ਦੇ ਵਿੱਚ ਵਖਰੇਵਾਂ ਸਾਹਿਬ ਨੇ ਕਿਹਾ ਰੱਖਿਆ ਹੈ। ਹਰ ਇੱਕ ਚੀਜ਼ ਤੁਸੀਂ ਵੇਖੋ, ਭਾਵੇਂ ਪੰਛੀ ਹੈ, ਪਸ਼ੂ ਹੈ, ਥੋੜਾ ਥੋੜਾ ਡਿਫਰੈਂਸ ਹੈ। ਤੇ ਨਰ ਦੀ ਸੁੰਦਰਤਾ ਵਾਸਤੇ ਮੁਖ ਤੇ ਦਾੜਾ, ਪਰ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਿਆ ਨਹੀਂ ਕਦੇ। ਅਸੀਂ ਫੈਸ਼ਨ ਦੇ ਦੌਰ ਵਿੱਚ ਇਹੋ ਜਿਹੇ ਵਹਿ ਗਏ ਕਿ ਅਸੀਂ ਸਾਰੀਆਂ ਇਹਨਾਂ ਕੀਮਤੀ ਚੀਜ਼ਾਂ ਨੂੰ ਵੀ ਗਵਾ ਬੈਠੇ। ਗੁਰੂ ਕਿਰਪਾ ਕਰੇ ਸਾਨੂੰ ਇਸ ਗੱਲ ਦੀ ਸਮਝ ਆਵੇ ਕਿ ਅਸੀਂ ਫੈਸ਼ਨ ਦੇ ਦੌਰ ਦੇ ਵਿੱਚ ਰੁੜ ਕੇ ਆਪਣੇ ਸੱਭਿਆਚਾਰ ਤੋਂ, ਅਮੀਰ ਵਿਰਸੇ ਤੋਂ ਦੂਰ ਨਹੀਂ ਹੋਣਾ। ਅਸੀਂ ਕੱਪੜੇ ਇਹੋ ਜਿਹੇ ਪਹਿਨੀਏ ਜਿਹੜੇ ਮੌਸਮ ਦੇ ਮੁਤਾਬਕ ਸਾਡੇ ਸਰੀਰ ਨੂੰ ਸੁੱਖ ਆਰਾਮ ਦੇ ਸਕਣ। ਜੇ ਠੰਡ ਹੈ ਤੇ ਮੋਟਾ ਕੱਪੜਾ ਪਹਿਨਣ ਦੀ ਲੋੜ ਹੈ, ਪਰ ਕਈ ਵਾਰ ਤੁਸੀਂ ਵੇਖੋਗੇ ਵਿਆਹ ਸ਼ਾਦੀਆਂ ਹੋਣ, ਜਿੰਨੀ ਮਰਜ਼ੀ ਠੰਡ ਹੋਵੇ, ਠੰਡ ਨਾਲ ਭਾਵੇਂ ਬੰਦਾ ਇਕੱਠਾ ਹੋ ਜਾਵੇ, ਪਰ ਕਹਿਣਗੇ ਉੱਤੇ ਕੋਟੀ ਸਵਾਟਰ ਕੋਈ ਚੀਜ਼ ਪਾਉਣੀ ਨਹੀਂ ਗੀ ਵੀ ਇੰਨਾ ਮਹਿੰਗਾ ਸੂਟ ਪਾਇਆ ਜੇ ਉੱਪਰੋਂ ਢੱਕ ਲਿਆ, ਸ਼ਾਲ ਦੀ ਬੁੱਕਲ ਮਾਰ ਲਈ ਤੇ ਪਤਾ ਨਹੀਂ ਲੱਗਣਾ ਲੋਕਾਂ ਨੂੰ ਵੀ ਇੰਨਾ ਮਹਿੰਗਾ ਸੂਟ ਪਾਇਆ ਹੋਇਆ। ਸੋ ਜੇ ਗਰਮੀ ਹੈ ਤਾਂ ਲੋੜ ਮੁਤਾਬਕ ਉਸ ਤਰ੍ਹਾਂ ਦਾ ਕੱਪੜਾ ਅਸੀਂ ਪਾ ਸਕਦੇ ਹਾਂ ਜਿਹਦੇ ਨਾਲ ਸਰੀਰ ਨੂੰ ਸੁੱਖ ਮਿਲੇ, ਆਰਾਮ ਮਿਲੇ। ਪਰ ਕਿਤੇ ਇਹੋ ਜਿਹਾ ਫੈਸ਼ਨ, ਇਹੋ ਜਿਹਾ ਪਹਿਰਾਵਾ ਜਿਹਦੇ ਨਾਲ ਸਾਡਾ ਤਨ ਪੀੜਿਆ ਜਾਵੇ, ਮਨ ਵਿੱਚ ਵਿਕਾਰ ਪੈਦਾ ਹੋਣ। ਤੇ ਕਈ ਵਾਰ ਮੁਆਫ ਕਰਨਾ, ਸਾਨੂੰ ਇੱਥੇ ਆ ਕੇ ਮੱਥਾ ਟੇਕਣ ਲੱਗਿਆਂ ਬੜੀ ਦਿੱਕਤ ਹੁੰਦੀ। ਕਈ ਬੱਚੇ ਤੁਸੀਂ ਵੇਖੇ ਹੋਣਗੇ, ਉਹ ਮੱਥਾ ਟੇਕਣ ਲੱਗਿਆਂ
ਆਪਣੇ ਪਿਛਲੇ ਪਾਸੇ ਪਿੱਠ ਤੇ ਹੱਥ ਰੱਖਣਗੇ ਕਿ ਮੱਥਾ ਟੇਕਣ ਲੱਗਿਆਂ ਸਾਡੀ ਕਮੀਜ਼ ਸਾਡੀ ਸ਼ਰਟ ਉੱਪਰ ਨਾ ਚੱਕੀ ਜਾਏ, ਕਿਤੇ ਸਾਡੀ ਪਿੱਠ ਨੰਗੀ ਨਾ ਹੋ ਜਾਏ। ਪਰ ਜੇ ਕੱਪੜਾ ਇੰਨਾ ਕੁ ਵਧੀਆ ਪਹਿਨਿਆ ਹੋਵੇ, ਚੰਗਾ ਪਹਿਨਿਆ ਹੋਵੇ, ਸਲੀਕੇ ਵਾਲਾ, ਤੇ ਸਾਨੂੰ ਇਹ ਕੰਮ ਕਰਨ ਦੀ ਲੋੜ ਹੀ ਨਹੀਂ ਪੈਣੀ। ਇੱਥੇ ਮੱਥਾ ਟੇਕਣਾ ਕਈਆਂ ਨੂੰ ਔਖਾ ਹੋ ਜਾਂਦਾ ਹੈ। ਕਈਆਂ ਨੇ ਕੱਪੜੇ ਇਹੋ ਜਿਹੇ ਪਹਿਨੇ ਹੁੰਦੇ ਨੇ, ਉਹ ਮੱਥਾ ਹੀ ਨਹੀਂ ਟੇਕ ਪਾਉਂਦੇ ਇੱਥੇ ਆ ਕੇ, ਉਹ ਫਿਰ ਖੜੇ ਹੀ ਹੱਥ ਜੋੜ ਕੇ ਤੇ ਪਿੱਛੇ ਮੁੜ ਜਾਂਦੇ ਨੇ। ਸੋ ਇਸ ਤਰ੍ਹਾਂ ਦੀਆਂ ਗੱਲਾਂ, ਇਹਨਾਂ ਵੱਲ ਅਸੀਂ ਨਾ ਧਿਆਨ ਦਿੱਤਾ ਤੇ ਆਉਣ ਵਾਲਾ ਸਮਾਂ ਹੋਰ ਵੀ ਜਿਹੜਾ ਰਸਾਤਲ ਵਾਲੇ ਪਾਸੇ ਜਾਏਗਾ। ਗੁਰੂ ਕਿਰਪਾ ਕਰੇ। ਸਾਹਿਬ ਕਹਿੰਦੇ ਨੇ ਹੰਕਾਰ ਦੇ ਵਿਖਾਵੇ ਵਿੱਚ ਗਰਭ ਗਵਾਰ, ਕਹਿੰਦੇ ਮੂਰਖ ਲੋਕ ਵਿਖਾਵਾ ਕਰਦੇ ਨੇ ਇਹੋ ਜਿਹੇ ਕੱਪੜੇ ਜਿਹੜੇ ਬੜੇ ਬਰੀਕ ਹਵਾ ਨਾਲ ਉੱਡਣ ਵਾਲੇ ਪਹਿਨਦੇ ਨੇ। ਕਹਿੰਦੇ ਨਾਨਕ ਨਾਲ ਨਾ ਚੱਲਣੀ ਜਲ ਬਲ ਹੋਏ ਸ਼ਾਰ, ਕਹਿੰਦੇ ਨਾਲ ਨਹੀਂ ਜਾਣਾ ਕੁਝ ਵੀ, ਉਹ ਸਾਰਾ ਕੁਝ ਇੱਥੇ ਸੜ ਕੇ ਸਵਾਹ ਹੋ ਜਾਣਾ ਏ। ਤੇ ਪੌੜੀ ਦੇ ਵਿੱਚ ਸਾਹਿਬ ਜੀ ਫਿਰ ਸਮਝਾਉਂਦੇ ਨੇ, ਕਹਿੰਦੇ ਇਸ ਫੈਸ਼ਨ ਦੇ ਦੌਰ ਦੇ ਵਿੱਚ ਲੋਕ ਵਹਿ ਤੁਰੇ ਨੇ, ਕਹਿੰਦੇ ਸਾਡਾ ਭਲਾ ਕਿਵੇਂ ਹੋਏਗਾ, ਬਚਾਅ ਕਿਵੇਂ ਹੋਏਗਾ। ਮਹਾਰਾਜ ਪੌੜੀ ਵਿੱਚ ਕਹਿੰਦੇ ਸਈ ਉਬਰੈ ਜੱਗੈ ਵਿੱਚ ਜੋ